बहुत ही प्यारे बच्चों, सत श्री अकाल। मैं संदीप सिंह पंजाबी मास्टर, सरकारी हाई स्कूल पिंडी औलख, ज़िला अमृतसर। प्यारे बच्चों, आप सब जानते ही हो कि ਅੱਜ ਸਾਰਾ ਸੰਸਾਰ ਕਰੋਨਾ ਮਹਾਮਾਰੀ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ। ਬੱਚਿਓ, ਜਿੱਥੇ ਇਸ ਕਰੋਨਾ ਮਹਾਮਾਰੀ ਨੇ ਸਾਨੂੰ ਬਹੁਤ ਸਾਰੇ ਦੁੱਖ, ਕਸ਼ਟ, ਤਸੀਹੇ ਦਿੱਤੇ ਹਨ, ਉੱਥੇ ਹੀ ਇਸ ਕਰੋਨਾ ਸਮੇਂ ਵਿੱਚ ਸਾਡੀਆਂ ਬਹੁਤ ਸਾਰੀਆਂ ਸੀਮਾਵਾਂ ਸੀ ਜਿਹੜੀਆਂ ਉਹ ਸੰਭਾਵਨਾਵਾਂ ਵਿੱਚ ਬਦਲ ਗਈਆਂ। ਜਿਵੇਂ ਕਿ ਸਿੱਖਿਆ ਵਿਭਾਗ ਦਾ ਇਹ ਆਨਲਾਈਨ ਪੜ੍ਹਾਈ ਕਰਾਉਣ ਦਾ ਉਪਰਾਲਾ। ਬੱਚਿਓ, ਸਕੂਲ ਦੀਆਂ ਸਿਰਫ ਇਮਾਰਤਾਂ ਹੀ ਬੰਦ ਹਨ, ਸਕੂਲ ਤਾਂ ਚੱਲ ਰਹੇ ਹਨ, ਅਧਿਆਪਕ ਪੜ੍ਹਾ ਰਹੇ ਹਨ ਅਤੇ ਬੱਚੇ ਬਹੁਤ ਹੀ ਉਤਸ਼ਾਹ ਨਾਲ ਪੜ੍ਹ ਰਹੇ ਹਨ। ਤਾਂ ਆਓ ਬੱਚਿਓ, ਫਿਰ ਅੱਜ ਆਪਾਂ ਵੀ ਇੱਕ ਕਹਾਣੀ ਪੜ੍ਹੀਏ। ਕਹਾਣੀ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ 2-3 ਸਵਾਲ ਪੁੱਛਾਂਗਾ, ਜਿਨ੍ਹਾਂ ਦਾ ਤੁਸੀਂ ਮੈਨੂੰ ਉੱਤਰ ਦਿਓਗੇ ਤਾਂ ਫਿਰ ਆਪਾਂ ਅੱਗੇ ਕਹਾਣੀ ਪੜ੍ਹਾਂਗੇ। ਪ੍ਰਸ਼ਨ ਦਾ ਜਵਾਬ ਦੇਣ ਲਈ ਤੁਹਾਨੂੰ ਸੋਚਣ ਲਈ 15 ਸੈਕਿੰਡ ਦਾ ਸਮਾਂ ਦਿੱਤਾ ਜਾਵੇਗਾ। ਤਾਂ ਆਓ ਬੱਚਿਓ ਸ਼ੁਰੂ ਕਰੀਏ ਫਿਰ। ਤਾਂ ਮੇਰਾ ਪਹਿਲਾ ਸਵਾਲ ਹੈ, ਕੀ ਬੱਚਿਓ ਤੁਹਾਨੂੰ ਕਹਾਣੀ ਸੁਣਨਾ ਪਸੰਦ ਹੈ? ਸ਼ਾਬਾਸ਼, ਵੈਰੀ ਗੁੱਡ। ਸ਼ਾਬਾਸ਼, ਵੈਰੀ ਗੁੱਡ। ਤਾਂ ਤੁਹਾਨੂੰ ਕਹਾਣੀ ਸੁਣਨਾ ਬਹੁਤ ਪਸੰਦ ਹੈ। ਦੂਜਾ ਸਵਾਲ, ਬੱਚਿਓ ਤੁਸੀਂ ਕਹਾਣੀ ਕਿਸ ਤੋਂ ਸੁਣਦੇ ਹੋ ਜਾਂ ਤੁਹਾਨੂੰ ਕੌਣ ਕਹਾਣੀ ਸੁਣਾਉਂਦਾ ਹੈ? ਸ਼ਾਬਾਸ਼, ਵੈਰੀ ਗੁੱਡ। ਕਿਸੇ ਬੱਚੇ ਨੂੰ ਉਸ ਦੀ ਮੰਮੀ, ਕਿਸੇ ਨੂੰ ਉਸ ਦੀ ਨਾਨੀ ਅਤੇ ਕਿਸੇ ਨੂੰ ਉਸ ਦੀ ਦਾਦੀ ਕਹਾਣੀ ਸੁਣਾਉਂਦੀ ਹੈ। ਤਾਂ ਬੱਚਿਓ, ਅਗਲਾ ਸਵਾਲ ਹੈ, ਕੀ ਤੁਸੀਂ ਕਿਸੇ ਜਾਨਵਰ ਤੇ ਕੋਈ ਕਹਾਣੀ ਸੁਣੀ ਹੈ? ਵੈਰੀ ਗੁੱਡ, ਸ਼ਾਬਾਸ਼। ਕੁੱਤੇ ਤੇ, ਬਿੱਲੀ ਤੇ, ਸ਼ੇਰ ਤੇ। ਤੁਸੀਂ ਸਾਰਿਆਂ ਨੇ ਬਹੁਤ ਸਾਰੀਆਂ ਕਹਾਣੀਆਂ ਜਾਨਵਰਾਂ ਉੱਤੇ ਸੁਣੀਆਂ ਹਨ। ਬੱਚਿਓ, ਕੀ ਤੁਸੀਂ ਕਦੇ ਕੋਈ ਕਹਾਣੀ ਹਾਥੀ ਬਾਰੇ ਸੁਣੀ ਹੈ? ਨਹੀਂ ਤਾਂ ਚਲੋ ਅੱਜ ਫਿਰ ਮੈਂ ਤੁਹਾਨੂੰ ਹਾਥੀ ਬਾਰੇ ਇੱਕ ਕਹਾਣੀ ਸੁਣਾ ਦਿੰਦਾ ਹਾਂ। ਪਿਆਰੇ ਬੱਚਿਓ, ਇੱਕ ਵਾਰੀ ਦੀ ਗੱਲ ਹੈ ਕਿ ਇੱਕ ਰਾਜੇ ਕੋਲ ਇੱਕ ਹਾਥੀ ਸੀ। ਮਹਾਵਤ ਹਰ ਰੋਜ਼ ਹਾਥੀ ਨੂੰ ਪਾਣੀ ਪਿਆਉਣ ਅਤੇ ਨਹਾਉਣ ਲਈ ਨਦੀ 'ਤੇ ਲੈ ਕੇ ਜਾਂਦਾ ਸੀ। ਬੱਚਿਓ, ਇੱਥੇ ਮੈਂ ਤੁਹਾਨੂੰ ਮਹਾਵਤ ਦਾ ਅਰਥ ਦੱਸਦਾ ਹਾਂ। ਮਹਾਵਤ ਦਾ ਅਰਥ ਹੁੰਦਾ ਹੈ ਹੱਥਵਾਨ ਜਾਂ ਹਾਥੀ ਨੂੰ ਹੱਕਣ ਵਾਲਾ। ਤਾਂ ਰਸਤੇ ਵਿੱਚ ਇੱਕ ਦਰਜੀ ਦੀ ਦੁਕਾਨ ਆਉਂਦੀ ਸੀ। ਹਾਥੀ ਜਦੋਂ ਦਰਜੀ ਦੀ ਦੁਕਾਨ 'ਤੇ ਪਹੁੰਚਦਾ ਤਾਂ ਦਰਜੀ ਹਰ ਰੋਜ਼ ਉਸ ਦੀ ਸੁੰਡ ਵਿੱਚ ਕੁਝ ਨਾ ਕੁਝ ਖਾਣ ਨੂੰ ਦਿੰਦਾ ਸੀ। ਇਸ ਤਰ੍ਹਾਂ ਹਾਥੀ ਅਤੇ ਦਰਜੀ ਦੋਵਾਂ ਦਾ ਬਹੁਤ ਪਿਆਰ ਪੈ ਗਿਆ। ਹਾਥੀ ਹਰ ਰੋਜ਼ ਦਰਜੀ ਦੀ ਦੁਕਾਨ 'ਤੇ ਆਉਂਦਾ ਅਤੇ ਉਹ ਉਸ ਨੂੰ ਕੁਝ ਨਾ ਕੁਝ ਰੋਜ਼ ਖਾਣ ਲਈ ਦਿੰਦਾ ਸੀ। ਤਾਂ ਬੱਚਿਓ, ਇੱਕ ਦਿਨ ਹੋਇਆ ਕਿ ਇੱਕ ਦਿਨ ਦਰਜੀ ਕਿਸੇ ਗੱਲੋਂ ਖਿਝਿਆ ਹੋਇਆ ਸੀ। ਦਰਜੀ ਬਹੁਤ ਗੁੱਸੇ ਵਿੱਚ ਸੀ। ਜਦੋਂ ਹਾਥੀ ਨੇ ਰੋਜ਼ ਵਾਂਗ ਉਸ ਅੱਗੇ ਆਪਣੀ ਸੁੰਡ ਕੀਤੀ ਤਾਂ ਦਰਜੀ ਨੇ ਉਸ ਦੀ ਸੁੰਡ 'ਤੇ ਸੂਈ ਚੋਭ ਦਿੱਤੀ। ਹਾਥੀ ਨੂੰ ਬੜੀ ਪੀੜ ਹੋਈ। ਉਹ ਚੁੱਪਚਾਪ ਚਲਾ ਗਿਆ। ਹਾਥੀ ਬਹੁਤ ਦੁਖੀ ਹੋਇਆ ਕਿਉਂਕਿ ਉਸ ਨੂੰ ਦਰਜੀ ਤੋਂ ਅਜਿਹੀ ਉਮੀਦ ਨਹੀਂ ਸੀ। ਦਰਜੀ ਤਾਂ ਹਰ ਰੋਜ਼ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦਾ ਸੀ, ਪਰ ਅੱਜ ਦਰਜੀ ਨੇ ਅਜਿਹਾ ਕਿਉਂ ਕੀਤਾ? ਹਾਥੀ ਬਹੁਤ ਪਰੇਸ਼ਾਨ ਹੋਇਆ। ਉਹ ਵਿਚਾਰਾ ਚੁੱਪਚਾਪ ਚਲਾ ਗਿਆ। ਉਸਨੇ ਨਦੀ ਤੋਂ ਰੱਜ ਕੇ ਪਾਣੀ ਪੀਤਾ। ਵਾਪਸ ਆਉਂਦਿਆਂ ਉਸਨੇ ਆਪਣੀ ਸੁੰਡ ਵਿੱਚ ਬਹੁਤ ਸਾਰਾ ਚਿੱਕੜ ਭਰ ਲਿਆ। ਜਦੋਂ ਹਾਥੀ ਦਰਜੀ ਦੀ ਦੁਕਾਨ 'ਤੇ ਪਹੁੰਚਦਾ ਹੈ ਤਾਂ ਉਸਨੇ ਸਾਰਾ ਚਿੱਕੜ ਦਰਜੀ ਦੀ ਦੁਕਾਨ ਉੱਤੇ ਸੁੱਟ ਦਿੱਤਾ, ਕਿਉਂਕਿ ਬੱਚਿਓ, ਹਾਥੀ ਨੂੰ ਬਹੁਤ ਗੁੱਸਾ ਆਇਆ ਸੀ।
ਕਿਉਂਕਿ ਉਸ ਦਾ ਕੋਈ ਵੀ ਕਸੂਰ ਨਹੀਂ ਸੀ। ਦਰਜੀ ਨੇ ਬਿਨਾਂ ਵਜ੍ਹਾ ਤੋਂ ਉਸ ਦੀ ਸੁੰਡ ਵਿੱਚ ਸੂਈ ਚੋਭ ਦਿੱਤੀ ਸੀ। ਚਿੱਕੜ ਨਾਲ ਲੋਕਾਂ ਦੇ ਨਵੇਂ ਕੱਪੜੇ ਵੀ ਹਾਥੀ ਨੇ ਖਰਾਬ ਕਰ ਦਿੱਤੇ। ਤਾਂ ਬੱਚਿਓ, ਦਰਜੀ ਨੇ ਜੋ ਨਵੇਂ ਕੱਪੜੇ ਬਣਾਏ ਸਨ, ਹਾਥੀ ਨੇ ਸਾਰਿਆਂ ਉੱਪਰ ਚੁੱਕੜ ਸੁੱਟ ਦਿੱਤਾ। ਇਸ ਤਰ੍ਹਾਂ ਦਰਜੀ ਨੇ ਆਪਣੀ ਮੂਰਖਤਾ ਕਾਰਨ ਕਾਫੀ ਨੁਕਸਾਨ ਕਰਵਾ ਲਿਆ ਸੀ। ਦਰਜੀ ਆਪਣੀ ਗਲਤੀ ਤੇ ਬਹੁਤ ਪਛਤਾਇਆ। ਇਸ ਤਰ੍ਹਾਂ ਹਾਥੀ ਨੇ ਆਪਣਾ ਬਦਲਾ ਲੈ ਲਿਆ ਸੀ। ਤਾਂ ਬੱਚਿਓ, ਇਹ ਕਹਾਣੀ ਪੜ੍ਹ ਕੇ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਿਹੋ ਜਿਹਾ ਕਰੋਗੇ ਵੈਸਾ ਹੀ ਭਰੋਗੇ, ਜਾਂ ਅਦਲੇ ਦਾ ਬਦਲਾ। ਸਾਨੂੰ ਕਿਸੇ ਨਾਲ ਵੀ ਮਾੜਾ ਵਿਹਾਰ ਨਹੀਂ ਕਰਨਾ ਚਾਹੀਦਾ। ਬੱਚਿਓ, ਸਾਨੂੰ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। ਸਾਨੂੰ ਜਾਨਵਰਾਂ, ਪੰਛੀਆਂ ਸਭ ਦਾ ਬਹੁਤ ਸਤਿਕਾਰ, ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਇਹ ਜਾਨਵਰ, ਪੰਛੀ ਬਹੁਤ ਹੀ ਅਣਭੋਲ ਚੀਜ਼ਾਂ ਹਨ। ਸਾਨੂੰ ਮਨੁੱਖਾਂ ਨੂੰ ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਇਹ ਸਾਡੇ ਕਿਸੇ ਵੀ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ। ਮਨੁੱਖ ਬੇਵਜ੍ਹਾ ਉਹਨਾਂ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰਦਾ ਰਹਿੰਦਾ ਹੈ। ਤਾਂ ਆਓ ਬੱਚਿਓ, ਅੱਜ ਅਸੀਂ ਇਹ ਪ੍ਰਣ ਕਰੀਏ ਕਿ ਅਸੀਂ ਕਿਸੇ ਨਾਲ ਵੀ ਮਾੜਾ ਵਿਹਾਰ ਨਹੀਂ ਕਰਾਂਗੇ। ਬੱਚਿਓ, ਕਹਾਣੀ ਨਾਲ ਸੰਬੰਧਿਤ ਮੈਂ ਹੁਣ ਤੁਹਾਨੂੰ ਕੁਝ ਸਵਾਲ ਪੁੱਛਦਾ ਹਾਂ। ਸਵਾਲ ਦਾ ਜਵਾਬ ਦੇਣ ਲਈ ਤੁਹਾਨੂੰ 15 ਸੈਕਿੰਡ ਦਾ ਸਮਾਂ ਦਿੱਤਾ ਜਾਵੇਗਾ। ਤਾਂ ਪਹਿਲਾ ਸਵਾਲ ਹੈ, ਜਿਹੜੀ ਕਹਾਣੀ ਅਸੀਂ ਹੁਣੇ ਪੜ੍ਹੀ ਹੈ ਉਸ ਦਾ ਨਾਂ ਕੀ ਹੈ? ਇਸ ਦਾ ਪਹਿਲਾ ਆਪਸ਼ਨ ਹੈ ਹਾਥੀ ਅਤੇ ਦਰਜੀ, ਦੂਜਾ ਆਪਸ਼ਨ ਹੈ ਹਾਥੀ ਅਤੇ ਮੁਹਾਵਤ, ਅਤੇ ਤੀਜਾ ਆਪਸ਼ਨ ਹੈ ਹਾਥੀ ਅਤੇ ਰਾਜਾ। ਵੈਰੀ ਗੁੱਡ, ਸ਼ਾਬਾਸ਼। ਇਸ ਦਾ ਸਹੀ ਉੱਤਰ ਹੈ ਹਾਥੀ ਅਤੇ ਦਰਜੀ। ਤਾਂ ਆਓ ਫਿਰ ਅਗਲਾ ਸਵਾਲ ਦੇਖਦੇ ਹਾਂ। ਹਾਥੀ ਨੂੰ ਹਰ ਰੋਜ਼ ਨਹਾਉਣ ਅਤੇ ਪਾਣੀ ਪਿਆਉਣ ਲਈ ਕੌਣ ਲੈ ਕੇ ਜਾਂਦਾ ਸੀ? ਇਸ ਦਾ ਪਹਿਲਾ ਆਪਸ਼ਨ ਹੈ ਦਰਜੀ, ਦੂਸਰਾ ਆਪਸ਼ਨ ਹੈ ਰਾਜਾ, ਅਤੇ ਤੀਸਰਾ ਆਪਸ਼ਨ ਹੈ ਮੁਹਾਵਤ। ਵੈਰੀ ਗੁੱਡ, ਸ਼ਾਬਾਸ਼ ਬੱਚਿਓ। ਇਸ ਦਾ ਸਹੀ ਜਵਾਬ ਹੈ ਮੁਹਾਵਤ। ਤਾਂ ਆਓ ਫਿਰ ਅਗਲਾ ਸਵਾਲ ਦੇਖੀਏ। ਦਰਜੀ ਨੇ ਹਾਥੀ ਦੀ ਸੁੰਡ 'ਤੇ ਕੀ ਚੋਭ ਦਿੱਤਾ? ਇਸ ਦਾ ਪਹਿਲਾ ਆਪਸ਼ਨ ਹੈ ਪੈਨ, ਦੂਸਰਾ ਆਪਸ਼ਨ ਹੈ ਸੂਈ, ਅਤੇ ਤੀਸਰਾ ਆਪਸ਼ਨ ਹੈ ਚਾਕੂ। ਸ਼ਾਬਾਸ਼, ਵੈਰੀ ਗੁੱਡ ਬੱਚਿਓ। ਇਸ ਦਾ ਸਹੀ ਜਵਾਬ ਹੈ ਸੂਈ। ਤਾਂ ਅਗਲਾ ਸਵਾਲ ਹੈ, ਹਾਥੀ ਨੇ ਦਰਜੀ ਦੀ ਦੁਕਾਨ ਵਿੱਚ ਕੀ ਸੁੱਟ ਦਿੱਤਾ ਸੀ? ਇਸ ਦਾ ਪਹਿਲਾ ਆਪਸ਼ਨ ਹੈ ਦੁੱਧ, ਦੂਸਰਾ ਆਪਸ਼ਨ ਹੈ ਪਾਣੀ, ਅਤੇ ਤੀਸਰਾ ਆਪਸ਼ਨ ਹੈ ਚਿੱਕੜ। ਸ਼ਾਬਾਸ਼ ਬੱਚਿਓ, ਵੈਰੀ ਗੁੱਡ। ਇਸ ਦਾ ਸਹੀ ਜਵਾਬ ਹੈ ਚਿੱਕੜ। ਬੱਚਿਓ, ਮੈਂ ਕੇਰਲਾ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਇਸ ਘਟਨਾ ਨੇ ਰੱਬ ਦਾ ਖੌਫ ਰੱਖਣ ਵਾਲਿਆਂ ਅਤੇ ਮਾਨਵਤਾ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਕੇਰਲਾ ਦੇ ਮਲਪੁਰਮ ਜ਼ਿਲ੍ਹੇ ਵਿੱਚ ਇਹ ਦਿਲ ਕੰਬਾਊ ਘਟਨਾ ਵਾਪਰੀ ਸੀ। ਇੱਕ ਗਰਭਵਤੀ ਹਥਣੀ ਜਿਸ ਦੇ ਗਰਭ ਵਿੱਚ ਬੱਚਾ ਪਲ ਰਿਹਾ ਸੀ ਅਤੇ ਕੁਝ ਮਹੀਨਿਆਂ ਤੱਕ ਉਸ ਬੱਚੇ ਨੇ ਇਸ ਧਰਤੀ 'ਤੇ ਆਉਣਾ ਸੀ, ਪਰ ਕੁਝ ਦਰਿੰਦਿਆਂ ਦੀ ਦਰਿੰਦਗੀ ਨੇ ਹਥਣੀ ਦੇ ਬੱਚੇ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ। ਕੁਝ ਸ਼ਰਾਰਤੀ ਲੋਕਾਂ ਨੇ ਭੋਜਨ ਦੀ ਭਾਲ ਕਰ ਰਹੀ ਗਰਭਵਤੀ ਹਥਣੀ ਨੂੰ ਵਿਸਫੋਟਕ ਸਮੱਗਰੀ ਨਾਲ ਭਰਪੂਰ ਅਨਾਨਾਸ ਖਵਾ ਦਿੱਤਾ, ਜਿਸ ਕਾਰਨ ਉਸ ਦਾ ਜਵਾੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੇ ਦੰਦ ਵੀ ਟੁੱਟ ਗਏ।
ਦਰਦ ਨਾਲ ਤੜਫ ਰਹੀ ਹਥਣੀ ਨਦੀ ਵਿੱਚ ਜਾ ਖੜੀ ਹੋਈ। 3 ਦਿਨ ਉਹ ਉਸੇ ਨਦੀ ਵਿੱਚ ਖੜੀ ਰਹੀ ਅਤੇ ਉਸਨੇ ਉੱਥੇ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਬੱਚਿਓ, ਉਹ ਇਕੱਲੀ ਨਹੀਂ ਸੀ ਮਰੀ, ਉਸਦੇ ਢਿੱਡ ਵਿੱਚ ਪਲ ਰਿਹਾ ਛੋਟਾ ਜਿਹਾ ਹਾਥੀ ਦਾ ਬੱਚਾ ਵੀ ਮਰ ਗਿਆ ਸੀ। ਬੱਚਿਓ, ਅਜਿਹੀਆਂ ਘਟਨਾਵਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ। ਤਾਂ ਮੈਂ ਤੁਹਾਡੇ ਤੋਂ ਇੱਥੇ ਇੱਕ ਵਾਅਦਾ ਲੈਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਇਹ ਵਾਅਦਾ ਕਰੋ ਕਿ ਤੁਸੀਂ ਕਿਸੇ ਵੀ ਜੀਵ ਨੂੰ ਕਦੇ ਕੋਈ ਨੁਕਸਾਨ ਨਹੀਂ ਪਹੁੰਚਾਓਗੇ ਅਤੇ ਜੇਕਰ ਕੋਈ ਜੀਵ ਤੁਹਾਨੂੰ ਤਕਲੀਫ ਦੇ ਸਥਿਤੀ ਵਿੱਚ ਮਿਲਦਾ ਹੈ ਤਾਂ ਤੁਸੀਂ ਉਸਦੀ ਜ਼ਰੂਰ ਮਦਦ ਕਰੋਗੇ। ਬੱਚਿਓ, ਤੁਹਾਡੇ ਘਰ ਦਾ ਕੰਮ ਹੈ ਕਿ ਤੁਸੀਂ ਇਸ ਕਹਾਣੀ ਨੂੰ ਸੁੰਦਰ ਲਿਖਾਈ ਵਿੱਚ ਪੰਜਾਬੀ ਦੀ ਕਾਪੀ ਵਿੱਚ ਲਿਖ ਕੇ ਅਤੇ ਬਾਅਦ ਵਿੱਚ ਉਸ ਨੂੰ ਯਾਦ ਕਰਨਾ ਹੈ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ।